ਹੈਲੋ एवरीवन ਤਾਂ ਕਿਵੇਂ ਹੋ ਤੁਸੀਂ ਸਾਰੇ। ਉਮੀਦ ਕਰਦਾ ਕਿ ਬਹੁਤ ਹੀ ਵਧੀਆ ਹੋਵੋਗੇ ਤੇ ਤੁਸੀਂ ਦੇਖ ਰਹੇ ਹੋ ਆਪਣਾ ਫੇਵਰਿਟ YouTube ਚੈਨਲ ਆਈਲੈਟਸ ਇਨ ਪੰਜਾਬੀ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕੀਤਾ ਜਾਵੇਗਾ ਆਈਲੈਟਸ ਦੀ ਰੀਡਿੰਗ ਦਾ ਮੋਡਿਊਲ। ਜਿਵੇਂ ਕਿ ਤੁਹਾਨੂੰ ਪਤਾ ਵੀ ਕਈ ਦਿਨਾਂ ਤੋਂ ਆਪਾਂ ਰੀਡਿੰਗ ਦੀ ਵੀਡੀਓ ਚੈਨਲ ਦੇ ਉੱਤੇ ਨਹੀਂ ਅਪਲੋਡ ਕੀਤੀ, ਪਰ ਹੁਣ ਇਹ ਵੀਡੀਓ ਅਪਲੋਡ ਕਰਨੀ ਜ਼ਰੂਰੀ ਸੀ ਕਿਉਂਕਿ ਤੁਹਾਨੂੰ ਪਤਾ ਵੀ ਰੀਡਿੰਗ ਦੇ ਵਿੱਚ ਕੁਝ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਹੈ। ਤਾਂ ਅੱਜ ਸਭ ਤੋਂ ਸਿੰਪਲ ਟਾਈਪ ਤੋਂ ਹੀ ਜਿਹੜੀ ਸਟਾਰਟਿੰਗ ਕਰਨ ਵਾਲੇ ਆ, ਤਾਂ ਆਪਾਂ ਅੱਜ ਬਲੈਂਕਸਾਂ ਡਿਸਕਸ ਕਰਨ ਵਾਲੇ ਆ। 2 ਵਰਡਸ ਬਲੈਂਕਸ ਹੋਣਗੀਆਂ। ਬਹੁਤ ਹੀ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕੋਸ਼ਿਸ਼ ਇਹ ਵੀ ਰਹੇਗੀ ਵੀ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਸਮਝਾ ਸਕੀਏ। ਤੇ ਕਲਾਸਿਸ ਦੇ ਲਈ ਜੋ ਵੀ ਸਾਡੇ ਕੋਲ ਅਵੇਲੇਬਲ ਹੈਗੀਆਂ ਨੇ, ਫਿਲਹਾਲ ਦੀ ਕੜੀ ਰਾਈਟਿੰਗ ਐਂਡ ਸਪੀਕਿੰਗ ਦੀ ਕਲਾਸ ਅਸੀਂ ਦੁਬਾਰਾ ਤੋਂ ਸਟਾਰਟ ਕੀਤੀ ਹੈ। ਜੇ ਤੁਹਾਨੂੰ ਇਹ ਰਾਈਟਿੰਗ ਜਾਂ ਫਿਰ ਸਪੀਕਿੰਗ ਦੀ ਕਲਾਸ ਚਾਹੀਦੀ ਹੈ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਨੰਬਰ ਹੈਗਾ 9478837131। ਜੰਬੋ ਕਿਊ ਕਾਰਡ PDF ਹਰ ਵੇਲੇ ਰੈਡੀ ਹੁੰਦਾ। ਇਹਦੇ ਵਿੱਚ 8-9 ਕਹਾਣੀਆਂ ਦੇ ਨਾਲ ਟੋਟਲ ਤੁਹਾਡੇ ਜਿਹੜੇ ਕਿ 53 ਕਿਊ ਕਾਰਡ ਕਵਰ ਹੋ ਜਾਣਗੇ। ਬਹੁਤ ਹੀ ਸੋਹਣਾ PDF ਤਿਆਰ ਕੀਤਾ ਹੋਇਆ। ਤਾਂ ਇਹਦਾ ਪ੍ਰਾਈਸ ਪੁੱਛਣ ਦੇ ਲਈ ਤੁਸੀਂ ਸਾਨੂੰ WhatsApp ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਨੰਬਰ ਸੇਮ ਹੀ ਹੈ, ਠੀਕ ਹੈ। ਤਾਂ ਫਿਰ ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਤੇ ਅੱਜ ਮੇਰੇ ਕੋਲ ਜਿਹੜੀ ਰੀਡਿੰਗ ਹੈਗੀ ਆ ਕ੍ਰੌਪ ਗਰੋਇੰਗ ਸਕਾਈ ਸਕ੍ਰੇਪਰਸ, ਜੋ ਕੁਝ ਇਦਾਂ ਦੀ ਰੀਡਿੰਗ ਆ ਜਾਣੀ ਕਿ ਕ੍ਰੌਪ ਜਾਣੀ ਕਿ ਕੁਝ ਫਸਲਾਂ ਦੀ ਗੱਲ ਹੋਣੀ ਆ ਇਸ ਰੀਡਿੰਗ ਦੇ ਵਿੱਚ। ਤੇ ਮੈਂ ਤੁਹਾਨੂੰ ਹਰ ਵਾਰੀ ਕਹਿਣਾ ਹੁੰਦਾ ਵੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੂੰ ਸਾਰੀ ਗੱਲ ਸਮਝ ਆਵੇ। ਆਪਾਂ ਨੂੰ ਜਿੰਨੀ ਕੁ ਚੀਜ਼ ਚਾਹੀਦੀ ਆ ਆਪਾਂ ਉਨੀ ਕੁ ਹੀ ਚੀਜ਼ ਸਿੱਖਣੀ ਆ। ਤਾਂ ਤੁਹਾਡਾ ਅੱਜ ਬਿਲਕੁਲ ਵੀ ਮੈਂ ਟਾਈਮ ਵੇਸਟ ਕਰਨ ਦੇ ਮੂਡ ਦੇ ਵਿੱਚ ਨਹੀਂ ਹੈਗਾ। ਤੁਹਾਨੂੰ ਜਲਦੀ ਦੇ ਨਾਲ ਬਲੈਂਕਸਾਂ ਤੱਕ ਲੈ ਕੇ ਜਾਣਾ। ਅੱਜ ਆਪਣੇ ਕੋਲੇ ਟੋਟਲ 7 ਬਲੈਂਕਸ ਆਪਾਂ ਸੋਲਵ ਕਰਨੀਆਂ ਨੇ, ਠੀਕ ਹੈ। 1 ਤੋਂ ਲੈ ਕੇ 7 ਤੱਕ ਬਲੈਂਕਸਾਂ ਨੇ, ਜਾਣੀ ਕਿ ਜੇ 1 ਤੋਂ ਲੈ ਕੇ ਬਲੈਂਕਸਾਂ ਨੇ ਇਹਦਾ ਮਤਲਬ ਇਹ ਹੈ ਕਿ ਦੀ ਆਪਾਂ ਨੂੰ ਜਿਹੜੀ ਲੋਕੇਸ਼ਨ ਆ ਉਹ ਸਟਾਰਟਿੰਗ ਦੇ ਵਿੱਚ ਹੀ ਮਿਲੂਗੀ। ਬੱਚਿਆਂ ਨੂੰ ਬਲੈਂਕਸਾਂ ਕਰਨ ਦਾ ਸਹੀ ਤਰੀਕਾ ਨਹੀਂ ਪਤਾ, ਪਰ ਮੈਂ ਤਾਂ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਸੀਰੀਜ਼ ਵਾਈਜ਼ ਹੀ ਕਰਵਾਊਂਗਾ। ਪਰ ਐਗਜ਼ਾਮ ਦੇ ਵਿੱਚ ਇੰਸਟੀਟਿਊਟ ਦੇ ਵਿੱਚ ਜਦੋਂ ਤੁਸੀਂ ਰੀਡਿੰਗ ਕਰਦੇ ਹੋ ਤਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਪਹਿਲੇ ਦਾ ਆਨਸਰ ਲੱਭਣਾ, ਬਾਅਦ ਵਿੱਚ ਸੈਕਿੰਡ ਦਾ, ਤੀਜੇ ਦਾ, ਮਤਲਬ ਕਿ ਸੀਰੀਜ਼ ਵਾਈਜ਼ ਚੱਲਣਾ ਜ਼ਰੂਰੀ ਨਹੀਂ ਹੁੰਦਾ ਬਲੈਂਕਸਾਂ ਦੇ ਵਿੱਚ। ਤੁਸੀਂ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਨਾ, ਆਪਣੇ ਕੋਲੇ 7 ਬਲੈਂਕਸਾਂ ਨੇ। ਇਹਨਾਂ ਵਿੱਚੋਂ ਕਿਤੇ ਕਿਤੇ ਜੇ ਤੁਹਾਨੂੰ ਕੋਈ ਲੱਗਦਾ ਵੀ ਹਾਂ ਇਹਦੇ ਵਿੱਚ ਕੋਈ ਮੇਨ ਕੀਵਰਡ ਪਿਆ, ਇਹਦੇ ਵਿੱਚ ਕੋਈ ਮੇਨ ਕੀਵਰਡ ਪਿਆ ਜਿਹਦਾ ਸਿਨੋਨਿਮ ਨਹੀਂ ਆ ਸਕਦਾ, ਉਹ ਤੁਸੀਂ ਪਹਿਲਾਂ ਕਰ ਸਕਦੇ ਹੋ, ਹੈ ਨਾ। ਤਾਂ ਇਸ ਤਰੀਕੇ ਨਾਲ ਬਲੈਂਕਸਾਂ ਬਹੁਤ ਈਜ਼ੀਲੀ ਹੋ ਜਾਂਦੀਆਂ ਹੁੰਦੀਆਂ ਨੇ। ਜੇ ਤੁਸੀਂ ਸੀਰੀਜ਼ ਵਾਈਜ਼ ਬਲੈਂਕਸਾਂ ਕਰਨ ਲੱਗੇ ਕਈ ਵਾਰ ਟਾਈਮ ਕਾਫੀ ਜ਼ਿਆਦਾ ਲੱਗ ਜਾਂਦਾ ਹੁੰਦਾ, ਪਰ ਕਈ ਵਾਰ ਜੇ ਵਿੱਚੋਂ ਬਲੈਂਕਸਾਂ ਕਰਦੇ ਹੋ ਤਾਂ ਬਹੁਤ ਸੌਖੇ ਤਰੀਕੇ ਨਾਲ। ਮੈਂ ਹੁਣ ਵੀ ਜਿਹੜੀਆਂ ਇਸ ਤਰੀਕੇ ਦੇ ਨਾਲ ਹੀ ਬਲੈਂਕਸਾਂ ਸੋਲਵ ਕੀਤੀਆਂ ਨੇ ਇਸ ਵੀਡੀਓ ਨੂੰ ਅਪਲੋਡ ਕਰਨ ਤੋਂ ਬਣਾਉਣ ਤੋਂ ਪਹਿਲਾਂ, ਹੈ ਨਾ। ਤਾਂ ਜਿਵੇਂ ਕਿ ਇੱਥੇ ਹੈਗਾ ਸੀ ਆਪਣਾ ਦੀ ਕੰਜੰਪਸ਼ਨ ਆਫ ਵੁੱਡ ਬੀ ਇਹ ਮਤਲਬ ਕਿ ਇੱਥੇ ਇੱਕ ਮੇਨ ਕੀਵਰਡ ਪਿਆ ਸੀ ਆ ਲਾਈਟ ਦਾ। ਹੁਣ ਉਹ ਸਿਨੋਨਿਮ ਯੂਜ਼ ਨਹੀਂ ਕਰ ਸਕਦੇ, ਤਾਂ ਤੁਸੀਂ ਲਾਈਟ ਦੇ ਆਸ-ਪਾਸ ਕੋਈ ਇੱਕ ਵਰਡ ਤੁਹਾਨੂੰ ਮਿਲੂਗਾ ਉਹ ਤੁਸੀਂ ਲੱਭ ਸਕਦੇ ਹੋ ਨਾ। ਇਸ ਤਰੀਕੇ ਦੇ ਕੁਝ ਮੇਨ ਕੀਵਰਡ ਹੁੰਦੇ ਨੇ, ਪਹਿਲਾਂ ਤੁਸੀਂ ਉਹ ਬਲੈਂਕਸਾਂ ਸੋਲਵ ਕਰ ਸਕਦੇ ਹੋ ਨਾ। ਪਰ ਇੱਥੇ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸੀਰੀਜ਼ ਵਾਈਜ਼ ਹੀ ਕਰਾਊਂਗਾ ਕਿਉਂਕਿ ਆਪਾਂ ਇੱਕ ਸਿਸਟਮ ਦੇ ਵਾਈਜ਼ ਚੱਲਾਂਗੇ। ਜੇ ਵਿੱਚੋਂ ਕਰਨ ਲੱਗੇ ਫਿਰ ਆਪਾਂ ਨੂੰ ਥੋੜ੍ਹਾ ਜਿਹਾ ਫਿਰ ਉੱਪਰ ਨੀਚੇ ਜਾਣ ਦੇ ਵਿੱਚ, ਹੈ ਨਾ, ਆਪਾਂ ਨੂੰ ਟਾਈਮ ਉਹ ਜ਼ਿਆਦਾ ਲੱਗ ਜਾਊਗਾ ਕਿਉਂਕਿ ਆਪਾਂ PDF ਆਪਣੇ ਕੋਲੇ, ਤਾਂ ਇਹਦੇ ਕਰਕੇ ਆਪਾਂ ਸੀਰੀਜ਼ ਵਾਈਜ਼ ਹੀ ਕਰਾਂਗੇ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਜਿਹੜਾ ਕੀ ਹੈਗਾ ਆਪਣੇ ਕੋਲੇ ਉਹ ਦੇਖੋ ਤੁਸੀਂ ਕੀ ਹੈ। ਕਹਿੰਦਾ ਸਮ ਫੂਡ ਪਲਾਂਟਸ ਇਨਕਲੂਡਿੰਗ ਆਰ ਆਲਰੇਡੀ ਗਰੋਨ ਇਨਡੋਰਸ। ਇਨਡੋਰ ਦਾ ਮਤਲਬ ਕੀ ਹੈ, ਘਰਾਂ ਦੇ ਅੰਦਰ। ਕਹਿੰਦਾ ਕੁਝ ਕੁ ਜਿਹੜੇ ਕੀ ਹੈਗੇ ਨੇ ਫੂਡ ਪਲਾਂਟ ਵੀ ਜਿਨ੍ਹਾਂ ਨੂੰ ਵੀ ਜਿਹੜੇ ਕਿ ਘਰਾਂ ਦੇ ਵਿੱਚ ਘਰਾਂ ਦੇ ਅੰਦਰ ਜਿਹੜੇ ਕਿ ਗਰੋ ਕੀਤੇ ਜਾਂਦੇ ਆ, ਉਗਾਏ ਜਾਂਦੇ ਆ, ਹੈ ਨਾ। ਹੁਣ ਆਪਾਂ ਨੂੰ ਦੇਖਣਾ ਪਊ ਵੀ ਅਜਿਹੇ ਕਿਹੜੇ ਪਲਾਂਟ ਨੇ ਜਿਹੜੇ ਕਿ ਘਰਾਂ ਦੇ ਅੰਦਰ ਜਿਹੜੇ ਕਿ ਬਣਾਏ ਜਾਂਦੇ ਆ, ਹੈ ਨਾ। ਤਾਂ ਇੰਡੋਰ ਆਪਣਾ ਮੇਨ ਕੀਵਰਡ ਇੱਥੇ ਹੋ ਸਕਦਾ। ਤਾਂ ਇੰਡੋਰ ਦੇ ਆਸ-ਪਾਸ ਆਪਾਂ ਨੂੰ ਲੋਕੇਸ਼ਨ ਲੱਭਣੀ ਪਵੇਗੀ। ਤਾਂ ਆਪਾਂ ਜਲਦੀ ਦੇ ਨਾਲ ਆਪਣੇ ਪਹਿਲੇ ਪੈਸੇਜ ਦੇ ਵੱਲ ਵਧਦੇ ਆਂਗੇ। ਪਹਿਲਾ ਜਿਹੜਾ ਆਪਣਾ ਪੈਰਾਗ੍ਰਾਫ ਆ, ਤਾਂ ਤੁਸੀਂ ਇੱਥੇ ਲੱਭਣਾ ਸਟਾਰਟ ਕਰਿਓ ਕਿ ਤੁਹਾਨੂੰ ਇੱਥੇ ਇੰਡੋਰ ਨਾਮ ਦਾ ਸ਼ਬਦ ਮਿਲਦਾ ਪਹਿਲੇ ਪੈਰਾਗ੍ਰਾਫ ਦੇ ਵਿੱਚ। ਮੈਂ ਵੀ ਪੜ੍ਹਨ ਦੀ ਕੋਸ਼ਿਸ਼ ਕਰਦਾ, ਤੁਸੀਂ ਵੀ ਪੜ੍ਹਨ ਦੀ ਕੋਸ਼ਿਸ਼ ਕਰਿਓ, ਠੀਕ ਹੈ। ਨਾਲ ਦੀ ਨਾਲ ਆਪਾਂ ਬਲੈਂਕ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਹੀ ਸੌਖਾ ਤਰੀਕਾ ਹੁੰਦਾ ਇਹਨਾਂ ਨੂੰ ਸੋਲਵ ਕਰਨ ਦਾ। ਬਿਲਕੁਲ ਨਹੀਂ, ਆਪਾਂ ਨੂੰ ਕੋਈ ਵੀ ਵਰਡ ਨਹੀਂ ਮਿਲਿਆ ਇੰਡੋਰ ਦਾ। ਤਾਂ ਆਪਾਂ ਸੈਕੰਡ B ਪੈਸੇਜ ਦੇ ਉੱਤੇ ਆ ਜਾਂਦੇ ਹਾਂ। ਤਾਂ B ਪੈਸੇਜ ਦੀ ਪਹਿਲੀ ਲਾਈਨ ਦੇ ਵਿੱਚ ਹੀ ਇੰਡੋਰ ਫਾਰਮਿੰਗ ਨਾਂ ਦੀ ਗੱਲ ਆਪਾਂ ਨੂੰ ਮਿਲ ਜਾਂਦੀ ਆ। ਕਹਿੰਦਾ ਦੀ ਕਨਸੈਪਟ ਆਫ ਇੰਡੋਰ ਫਾਰਮਿੰਗ ਇਜ਼ ਨੋਟ ਨਿਊ। ਲਓ ਜੀ, ਉਹੀ ਗੱਲ ਹੋ ਗਈ। ਉਹਨੇ ਕਿਹਾ ਸੀ ਵੀ ਆਲਰੇਡੀ ਕੋਈ ਇੱਕ ਫੂਡ ਪਲਾਂਟ ਆ ਜਿਹੜਾ ਕਿ ਗਰੋ ਕੀਤਾ ਜਾਂਦਾ। ਇਹ ਵੀ ਉਹੀ ਕਹਿ ਰਿਹਾ ਵੀ ਇੰਡੋਰ ਫਾਰਮਿੰਗ ਨਿਊ ਕਨਸੈਪਟ ਨਹੀਂ ਹੈਗਾ। ਕਹਿੰਦਾ ਸਿੰਸ ਹਾਊਟ ਹਾਊਸ ਪ੍ਰੋਡਕਸ਼ਨ ਆਫ ਟੋਮੈਟੋਜ਼ ਐਂਡ ਅਦਰ ਪ੍ਰੋਡਿਊਸ ਹੈਜ਼ ਬੀਨ ਅ ਬੂਗ ਫਾਰ ਸਮ ਟਾਈਮ। ਕਹਿੰਦਾ ਵੀ ਹਾਊਟ ਹਾਊਸ ਪ੍ਰੋਡਕਸ਼ਨ, ਹਾਊਟ ਹਾਊਸ ਮਤਲਬ ਕਿ ਜਿੱਥੇ ਗਰਮ ਘਰ ਜੇ ਹੁੰਦੇ ਨੇ ਉਹਨਾਂ ਵਿੱਚ ਪ੍ਰੋਡਕਸ਼ਨ ਕੀਤੀ ਜਾਂਦੀ ਆ। ਫੂਡ ਪਲਾਂਟ ਦਾ ਨਾਮ ਕੀ ਆ ਗਿਆ, ਟੋਮੈਟੋ, ਜਾਣੀ ਕਿ ਟੋਮੈਟੋ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਆ। ਉਹ ਕਹਿੰਦੇ ਵੀ ਜਿਹੜਾ ਕਿ ਇੰਡੋਰ ਫਾਰਮਿੰਗ ਦਾ ਕਨਸੈਪਟ ਨਿਊ ਨਹੀਂ ਹੈਗਾ, ਪਹਿਲਾਂ ਹੀ ਟੋਮੈਟੋ ਦੀ ਪ੍ਰੋਡਕਸ਼ਨ ਇਸ ਵੇ ਦੇ ਨਾਲ ਕੀਤੀ ਜਾਂਦੀ ਆ। ਤਾਂ ਆਪਾਂ ਨੂੰ ਇੱਕ ਫੂਡ ਪਲਾਂਟ ਦਾ ਨਾਮ ਚਾਹੀਦਾ ਸੀ, ਤਾਂ ਇਸ ਦੇ ਆਲੇ ਦੁਆਲੇ ਹੋਰ ਕਿਸੇ ਵੀ ਪਲਾਂਟ ਦਾ ਨਾਮ ਨਹੀਂ ਲਿਖਿਆ ਹੋਇਆ ਨਾ। ਤਾਂ ਓਨਲੀ ਐਂਡ ਓਨਲੀ ਟੋਮੈਟੋ ਹੀ ਆਪਣਾ ਆਨਸਰ ਆਊਗਾ। ਟੋਮੈਟੋਜ਼ ਆਪਾਂ ਉੱਥੇ ਆਨਸਰ ਫਿਲ ਕਰ ਆਵਾਂਗੇ, ਠੀਕ ਹੈ। ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਆਪਾਂ ਜਿਹੜੀ ਕਿ ਆਪਣੀ ਪਹਿਲੀ ਬਲੈਂਕ ਦਾ ਜਿਹੜਾ ਕਿ ਆਨਸਰ ਆ ਉਹ ਲੱਭ ਲਿਆਗਾ। ਤਾਂ ਇਹਦਾ ਕੀ ਆ ਜਾਊਗਾ, ਪਹਿਲੇ ਦਾ ਆ ਜਾਊਗਾ ਟੋਮੈਟੋਜ਼, ਓਕੇ।
ਤੇ ਉਸ ਤੋਂ ਬਾਅਦ ਮੈਂ ਜਾਊਂਗਾ ਆਪਣੇ ਸੈਕੰਡ ਦੇ ਤੱਕ। ਸੈਕੰਡ ਮੈਨੂੰ ਕੀ ਕਹਿੰਦਾ ਵਰਟੀਕਲ ਫਾਰਮਸ ਵੁੱਡ ਬੀ ਲੋਕੇਟਡ ਇਨ, ਕਹਿੰਦਾ ਜਿਹੜੇ ਵਰਟੀਕਲ ਫਾਰਮ ਨੇ ਇਹ ਕਿੱਥੇ ਲੋਕੇਟ ਹੋਣੇ ਚਾਹੀਦੇ ਆ, ਕਹਿੰਦਾ ਮੀਨਿੰਗ ਦੈਟ देयर ਵੁੱਡ ਬੀ ਲੈਸ ਨੀਡ ਟੂ ਟੇਕ them ਲੌਂਗ ਡਿਸਟੈਂਸ ਟੂ ਕਸਟਮਰ, ਕਹਿੰਦਾ ਵੀ ਆਹ ਜਗ੍ਹਾ ਤੇ ਜਿਹੜੇ ਕੀ ਹੋਣੇ ਚਾਹੀਦੇ ਵੀ ਜਿਹਦੇ ਨਾਲ ਉਸ ਦੇ ਬਾਅਦ ਜਿਹੜਾ ਆਪਾਂ ਨੂੰ ਕਸਟਮਰਾਂ ਤੱਕ ਪਹੁੰਚਾਉਣਾ ਨਾ, ਦੂਜੀ ਬਲੈਂਕਸ ਮੈਂ ਪੜ੍ਹ ਰਿਹਾ ਵੀ ਜਦੋਂ ਆਪਾਂ ਨੂੰ ਕਸਟਮਰ ਤੱਕ ਪਹੁੰਚਾਉਣਾ ਪਵੇ ਤਾਂ ਫਿਰ ਆਪਾਂ ਨੂੰ ਬਹੁਤੀ ਜਿਹੜੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਲੌਂਗ ਡਿਸਟੈਂਸ ਆਪਾਂ ਨੂੰ ਟਰੈਵਲ ਨਾ ਕਰਨੀ ਪਵੇ, ਹੈ ਨਾ। ਤਾਂ ਇੱਕ ਆਪਣਾ ਮੇਨ ਕੀਵਰਡ ਕੀ ਹੋਊਗਾ, ਵਰਟੀਕਲ ਫਾਰਮ। ਵਰਟੀਕਲ ਫਾਰਮ ਆ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਨੂੰ ਦੱਸਿਆ ਹੋਊਗਾ ਵੀ ਕਿੱਥੇ ਲੋਕੇਟਡ ਹੋਣੇ ਚਾਹੀਦੇ ਹਨ। ਤਾਂ ਜਿਵੇਂ ਕਿ ਆਪਾਂ ਪਹਿਲਾਂ ਆਪਣਾ ਕਰਕੇ ਆਏ ਹਾਂ ਉਸਦੇ ਆਸ-ਪਾਸ ਹੀ 20 ਤੋਂ ਬਾਅਦ ਹੀ ਆਪਾਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਸੀਂ ਦੇਖੋ ਵੀ ਇੱਕ ਕੌਮਿਆਂ ਦੇ ਵਿੱਚ ਵਰਡ ਪਿਆ, ਆਪਾਂ ਨੂੰ ਸਾਫ਼-ਸਾਫ਼ ਦਿਖਾਈ ਦੇ ਰਿਹਾ, ਜਿਵੇਂ ਹੀ ਅੱਗੇ ਮੈਂ ਇੱਥੇ ਪਹੁੰਚਿਆ ਤਾਂ ਮੇਰੇ ਸਾਹਮਣੇ ਇਹ ਵਰਡ ਆ ਗਿਆ, ਹੈ ਨਾ। ਤਾਂ ਤੁਸੀਂ ਹੁਣ ਦੇਖੋ ਵੀ ਇਹ ਆਪਣਾ ਜਿਹੜਾ ਵਰਡ ਆ ਇਹ ਆਪਾਂ ਨੂੰ ਵਰਟੀਕਲ ਫਾਰਮ ਮਿਲ ਚੁੱਕਿਆ। ਹੁਣ ਆਪਾਂ ਵਰਟੀਕਲ ਫਾਰਮ ਦੇ ਆਲੇ ਦੁਆਲੇ ਆਪਣੀ ਲੋਕੇਸ਼ਨ ਲੱਭਣੀ ਆ, ਤਾਂ ਉੱਪਰੋਂ ਥੋੜ੍ਹੀਆਂ ਮੋਟੀਆਂ ਇਹਦੀਆਂ ਜਿਹੜੀਆਂ ਇੱਥੋਂ ਪੜ੍ਹਨਾ ਸ਼ੁਰੂ ਕਰ ਦਿੰਦੇ ਆ। ਵੈਸੇ ਤਾਂ ਟੈਕਨੀਕ ਤਾਂ ਇਹ ਹੁੰਦੀ ਆ ਵੀ ਥੋੜ੍ਹਾ ਜਿਹਾ ਉੱਪਰੋਂ ਪੜ੍ਹਨਾ ਸ਼ੁਰੂ ਕਰੋ ਨਾ, ਵੀ ਇੱਕ ਦੋ ਲਾਈਨਾਂ ਉੱਪਰੋਂ ਪੜ੍ਹਨਾ ਸ਼ੁਰੂ ਕਰੋ। ਤਾਂ ਇੱਥੋਂ ਪੜ੍ਹਦੇ ਆ, ਕਹਿੰਦਾ ਮੈਨੀ ਪੀਪਲ ਬਲੀਵ ਐਨ ਇੰਟਾਇਰਲੀ ਨਿਊ ਅਪਰੋਚ ਟੂ ਇੰਡੋਰ ਫਾਰਮਿੰਗ ਇਜ਼ ਨੀਡਡ, ਕਹਿੰਦਾ ਬਹੁਤ ਜ਼ਿਆਦਾ ਲੋਕ ਇਹ ਬਲੀਵ ਕਰਦੇ ਆ ਵੀ ਇੰਡੋਰ ਫਾਰਮਿੰਗ ਦੇ ਲਈ ਇੱਕ ਨਿਊ ਅਪਰੋਚ ਚਾਹੀਦੀ ਆ, ਠੀਕ ਹੈ। ਇੰਪਲੋਇੰਗ ਕਟਿੰਗ ਐਜ ਟੈਕਨੋਲੋਜੀਜ਼, ਤਾਂ ਕਟਿੰਗ ਐਜ ਟੈਕਨੋਲੋਜੀ ਕਹਿੰਦਾ ਇੰਪਲੋਏ ਕਰਨੀਆਂ ਪੈਣਗੀਆਂ, ਲੈ ਕੇ ਆਉਣੀਆਂ ਪੈਣਗੀਆਂ। ਕਹਿੰਦਾ ਵਨ ਸੱਚ ਪ੍ਰਪੋਜ਼ਲ ਇਜ਼ ਫਾਰ ਦਾ ਵਰਟੀਕਲ ਫਾਰਮ, ਕਹਿੰਦਾ ਇਹਨਾਂ ਵਿੱਚੋਂ ਹੀ ਇੱਕ ਚੀਜ਼ ਹੈਗੀ ਕਿ ਵਰਟੀਕਲ ਫਾਰਮ, ਠੀਕ ਹੈ। ਕਹਿੰਦਾ ਦੀਜ਼ ਆਰ ਮਲਟੀ ਸਟੋਰੀ ਬਿਲਡਿੰਗਸ ਇਨ ਵਿਚ ਫੂਡ ਕ੍ਰੌਪਸ ਆਰ ਗਰੋਨ ਇਨ ਇਨਵਾਇਰਮੈਂਟਲੀ ਕੰਟਰੋਲਡ ਕੰਡੀਸ਼ਨ। ਮਲਟੀ ਸਟੋਰੀ ਜਾਣੀ ਕਿ ਇਹਨਾਂ ਵਿੱਚ ਕਈ ਮੰਜ਼ਿਲਾਂ ਹੋਣਗੀਆਂ ਨਾ, ਵੀ ਇਹਦੇ ਵਿੱਚ ਜਿਹੜਾ ਕਿ ਇਨਵਾਇਰਮੈਂਟ ਆ ਉਹਨੂੰ ਕੰਟਰੋਲ ਕੀਤਾ ਜਾਊਗਾ, ਕੋਈ ਵੀ ਕ੍ਰੌਪ ਆ ਉਹਦੇ ਰਿਲੇਟਡ ਇਨਵਾਇਰਮੈਂਟ ਪ੍ਰੋਵਾਈਡ ਕਰਵਾਇਆ ਜਾਊਗਾ, ਹੈ ਨਾ, ਵੀ ਉਸ ਤਰੀਕੇ ਨਾਲ ਇਨਵਾਇਰਮੈਂਟਲੀ ਕੰਟਰੋਲਡ ਕੰਡੀਸ਼ਨ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਉਸ ਕ੍ਰੌਪ ਨੂੰ, ਠੀਕ ਹੈ। ਕਹਿੰਦਾ ਸਿਟੂਏਟਡ ਇਨ ਦਾ ਹਰਟ ਆਫ ਅਰਬਨ ਸੈਂਟਰਸ, ਲੋ ਜੀ ਕਹਿੰਦਾ ਅਰਬਨ ਸੈਂਟਰਸ ਦੇ ਵਿੱਚ ਹੋਣੀ ਚਾਹੀਦੀਆਂ ਨੇ। ਹਰਟ ਦਾ ਮਤਲਬ ਕੀ ਆ, ਸੈਂਟਰ ਦੇ ਵਿੱਚ ਨਾ, ਹਰਟ ਆਫ ਦਾ ਅਰਬਨ ਸੈਂਟਰਸ। ਕਹਿੰਦਾ ਦੇ ਵੁੱਡ ਡਰੈਸਟਿਕਲੀ ਰਿਡਿਊਸ ਦਾ ਅਮਾਊਂਟ ਆਫ ਟਰਾਂਸਪੋਰਟੇਸ਼ਨ ਰਿਕੁਆਇਰ ਟੂ ਬ੍ਰਿੰਗ ਫੂਡ ਟੂ ਕੰਜ਼ਿਊਮਰ। ਲਓ ਜੀ ਉਹੀ ਗੱਲ ਹੋ ਗਈ, ਕਹਿੰਦਾ ਵੀ ਜੇ ਇਹ ਸੈਂਟਰ ਦੇ ਵਿੱਚ ਹੋਣਗੀਆਂ ਉਹਦੇ ਨਾਲ ਕੀ ਹੋ ਜਾਊਗਾ, ਹੈ ਨਾ। ਕਹਿੰਦਾ ਜਿਹੜਾ ਕਿ ਟਰਾਂਸਪੋਰਟੇਸ਼ਨ ਰਿਕੁਆਇਰ ਆ ਗਈ ਅਮਾਊਂਟ, ਉਹਦੇ ਵਿੱਚ ਕਹਿੰਦਾ ਆਪਾਂ ਨੂੰ ਰਿਡਿਊਸ ਹੋ ਜੂਗੀ ਨਾ, ਜਿਹੜੀ ਆਪਾਂ ਨੂੰ ਜਿਹੜਾ ਆਪਣਾ ਪੈਸਾ ਲੱਗਣਾ ਟਰਾਂਸਪੋਰਟ ਕਰਨ ਦੇ ਲਈ ਉਹ ਚੀਜ਼ ਰਿਡਿਊਸ ਹੋ ਜੂ, ਜਾਣੀ ਕਿ ਆਪਾਂ ਨੂੰ ਗੱਲ ਆਪਣੀ ਮਿਲ ਚੁੱਕੀ ਆ। ਤਾਂ ਇਹਨੇ ਆਪਾਂ ਨੂੰ ਕੀ ਕਿਹਾ, ਕਹਿੰਦਾ ਹਰਟ ਆਫ ਅਰਬਨ ਸੈਂਟਰ। ਤਾਂ ਆਪਣੇ ਕੋਲ ਜਿਹੜੀ ਲਿਮਟ ਆ ਉਹ 2 ਵਰਡਸ ਦੀ ਆ, ਹੈ ਨਾ। ਤਾਂ ਹਰਟ ਤਾਂ ਨਹੀਂ ਆ ਸਕਦਾ, ਜਾਂ ਤਾਂ ਆਪਾਂ ਲਿਖ ਸਕਦੇ ਹਾਂ ਓਨਲੀ ਸੈਂਟਰਸ, ਜਾਂ ਫਿਰ ਆਪਾਂ ਲਿਖ ਸਕਦੇ ਹਾਂ ਅਰਬਨ ਸੈਂਟਰਸ, ਉਹ ਵੀ ਠੀਕ ਆ ਜੂ, ਠੀਕ ਹੈ। ਤਾਂ ਇਹ ਆਪਣਾ ਸਹੀ ਆਨਸਰ ਆ ਜਾਊਗਾ, ਜਾਂ ਤੁਸੀਂ ਅਰਬਨ ਸੈਂਟਰਸ ਲਿਖ ਸਕਦੇ ਹੋ ਜਾਂ ਫਿਰ ਸੈਂਟਰਸ ਲਿਖ ਸਕਦੇ ਹੋ, ਠੀਕ ਹੈ। ਹਰਟ ਨਹੀਂ ਆਊਗਾ ਕਿਉਂਕਿ ਜੋ ਹਰਟ ਲਿਖ ਦਾਂਗੇ ਇਕੱਲੇ ਹਰਟ ਦਾ ਕੋਈ ਸੈਂਸ ਨਹੀਂ ਬਣੂਗੀ, ਤੇ ਹਰਟ ਦੇ ਨਾਲ ਲਿਖਣਾ ਪਊਗਾ ਹਰਟ ਆਫ ਅਰਬਨ ਸੈਂਟਰ, ਫਿਰ ਉਹ ਲਿਮਟ ਬਣ ਜੂਗੀ 4 ਦੀ, ਹੈ ਨਾ, ਮਤਲਬ ਕਿ 4 ਵਰਡ ਹੋ ਜਾਣਗੇ। ਪਰ ਆਪਣੇ ਕੋਲੇ ਲਿਮਟ ਕਿੰਨੇ ਦੀ ਹੈ, 2 ਦੀ। ਤਾਂ ਇਹਦੇ ਕਰਕੇ ਆਪਣਾ ਸਹੀ ਆਨਸਰ ਕੀ ਆ ਜਾਊਗਾ, ਸਹੀ ਆਨਸਰ ਆਪਣਾ ਆ ਜਾਊਗਾ ਜੀ ਅਰਬਨ ਸੈਂਟਰਸ। ਤਾਂ ਇਹ ਆਪਣੀ ਦੂਸਰੀ ਬਲੈਂਕਸ ਦਾ ਆਨਸਰ ਆ ਗਿਆ। ਤਾਂ ਹੁਣ ਉਸ ਤੋਂ ਬਾਅਦ ਮੈਂ ਤੁਹਾਨੂੰ ਤੀਸਰੀ ਬਲੈਂਕਸ ਦੇ ਉੱਤੇ ਲੈ ਕੇ ਜਾਊਂਗਾ। ਤੀਸਰੀ ਬਲੈਂਕਸ ਮੈਨੂੰ ਕੀ ਕਹਿ ਰਹੀ ਆ, ਉਹ ਕਹਿੰਦੀ ਆ ਵੀ ਕਹਿੰਦਾ ਵਰਟੀਕਲ ਫਾਰਮਸ ਕੁਡ ਯੂਜ਼ ਮੀਥੇਨ ਫਰੋਮ ਪਲਾਂਟਸ ਐਂਡ ਐਨੀਮਲਸ ਟੂ ਪ੍ਰੋਡਿਊਸ। ਲਓ ਜੀ ਬਸ ਇਹਨੇ ਗੱਲ ਆਪਾਂ ਨੂੰ ਸਿੰਪਲ ਜੀ ਕਹੀ ਆ, ਕਹਿੰਦੇ ਵਰਟੀਕਲ ਫਾਰਮ ਦੇ ਵਿੱਚ ਮੀਥੇਨ ਯੂਜ਼ ਕੀਤੀ ਜਾ ਸਕਦੀ ਆ, ਜਿਹੜੀ ਕਿ ਉਹ ਕੀ ਤੋਂ ਲੈਣਗੇ, ਉਹ ਪਲਾਂਟਸ ਤੋਂ ਲੈਣਗੇ ਤੇ ਐਨੀਮਲਸ ਤੋਂ ਲੈਣਗੇ। ਤੇ ਉਹ ਮੀਥੇਨ ਲੈਣ ਤੋਂ ਬਾਅਦ ਉਹਦਾ ਕਰਨਗੇ ਕੀ, ਤਾਂ ਇੱਥੇ ਵੀ ਇੱਕ ਮੇਨ ਕੀਵਰਡ ਆ। ਮੇਨ ਕੀਵਰਡ ਕੀ ਆ, ਮੀਥੇਨ ਆ। ਮੀਥੇਨ ਦਾ ਸਿਨੋਨਿਮ ਕੋਈ ਹੋ ਹੀ ਨਹੀਂ ਸਕਦਾ, ਬਹੁਤ ਹੀ ਘੱਟ ਚਾਂਸ ਨੇ ਵੀ ਉਹ ਮੀਥੇਨ ਨੂੰ ਜਿਹੜਾ ਕਿ ਆਪਣਾ ਨੰਬਰ ਜਿਹਾ ਆਉਂਦਾ CH4 ਮੀਥੇਨ ਦਾ, ਜਿਹੜੇ ਨਾਨ ਮੈਡੀਕਲ ਪੜ੍ਹੇ ਹੋਏ ਨੇ, ਮੈਡੀਕਲ ਪੜ੍ਹੇ ਹੋਏ ਨੇ, ਉਹਨਾਂ ਨੂੰ ਪਤਾ ਵੀ ਮੀਥੇਨ ਨੂੰ ਸ਼ਾਇਦ CH4 ਹੀ ਕਹਿੰਦੇ ਹੁੰਦੇ ਆ, ਵੀ ਉਹ ਲਿਖ ਦੇਣ। ਪਰ ਬਹੁਤ ਹੀ ਰੇਅਰ ਚਾਂਸਸ ਨੇ ਉਹ ਮੀਥੇਨ ਨੂੰ ਮੀਥੇਨ ਹੀ ਲਿਖਣਗੇ। ਤਾਂ ਬਸ ਆਪਾਂ ਮੀਥੇਨ ਹੀ ਲੱਭਣੀ ਹੈਗੀ, ਜਿੱਥੇ ਮੀਥੇਨ ਲੱਭ ਗਈ ਆਪਾਂ ਉੱਥੋਂ ਦੇਖਣਾ ਵੀ ਉਹ ਮੀਥੇਨ ਤੋਂ ਕੀ ਬਣਾਉਣਗੇ, ਕੀ ਉਹ ਪ੍ਰੋਡਿਊਸ ਕਰਨਗੇ, ਬਸ ਇੰਨੀ ਕੀ ਗੱਲ ਆ। ਬਹੁਤ ਹੀ ਸੋਹਣੇ ਤਰੀਕੇ ਨਾਲ ਰੀਡਿੰਗ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਵਰਟੀਕਲ ਫਾਰਮ ਆਪਾਂ ਪੜ੍ਹ ਚੁੱਕੇ ਸੀ, ਤਾਂ ਇੱਥੋਂ C ਤੋਂ ਪੜ੍ਹਨਾ ਸ਼ੁਰੂ ਕਰ ਦਿਓ ਕਿ ਤੁਹਾਨੂੰ ਮੀਥੇਨ ਦਿਖਾਈ ਦੇ ਰਿਹਾ, ਪਰ ਮੈਨੂੰ C ਦੀਆਂ ਪਹਿਲੀਆਂ 3 ਲਾਈਨਾਂ ਦੇ ਵਿੱਚ ਕਿਤੇ ਵੀ ਮੀਥੇਨ ਦਿਖਾਈ ਨਹੀਂ ਦਿੱਤੀ, ਠੀਕ ਹੈ। ਤਾਂ ਅੱਗੇ ਵੱਧ ਜਾਂਦੇ ਹਾਂ। ਇਵੋਲਵਡ ਤੋਂ ਲੈ ਕੇ ਵੈਲਿਊਏਬਲ ਕ੍ਰੌਪਸ ਤੋਂ ਤੱਕ ਪੜ੍ਹਨਾ ਸ਼ੁਰੂ ਕਰੋ। ਇਵੋਲਵ ਇਨ ਸਪੀਸੀਜ਼ ਹਿਊਮਨ ਪਰਸਨ ਨੋ ਲਾਈਫ। ਤਾਂ ਇੱਥੇ ਵੀ ਮੈਨੂੰ ਲੱਗਦਾ ਨਹੀਂ ਮੀਥੇਨ ਦੀ ਗੱਲ ਹੋਈ ਹੈ। ਤਾਂ ਹੁਣ ਆਪਾਂ ਜਲਦੀ ਦੇ ਨਾਲ ਆਪਣੇ D ਦੇ ਵੱਲ ਵਧਦੇ ਆਂਗੇ। ਤਾਂ D ਦੇ ਵਿੱਚ ਦੇਖਦੇ ਹਾਂ ਵੀ ਕਿਤੇ ਮੀਥੇਨ ਦੀ ਗੱਲ ਮਿਲੂਗੀ ਜਾਂ ਨਾ। ਪਹਿਲੀਆਂ ਲਾਈਨਾਂ ਪੜ੍ਹੋ ਅਤੇ ਉਸ ਤੋਂ ਬਾਅਦ ਅੱਗੇ ਪੜ੍ਹਨਾ ਸ਼ੁਰੂ ਕਰੋ ਵੀ ਜਿੱਥੇ ਮੀਥੇਨ ਹੈਗੀ ਆ। ਲਓ ਜੀ ਆ ਪਈ ਆ ਤੁਹਾਡੀ ਮੀਥੇਨ। ਇੱਥੇ ਗੱਲ ਧਿਆਨ ਦੇ ਨਾਲ ਆਪਾਂ ਨੂੰ ਸਮਝਣਾ ਪਊਗਾ ਵੀ ਪ੍ਰੋਡਿਊਸ ਕੀ ਚੀਜ਼ ਪ੍ਰੋਡਿਊਸ ਕਿਹੜੀ ਹੋ ਰਹੀ ਹੈ। ਇੱਥੇ ਤੁਹਾਨੂੰ ਸੀਰੀਅਸਲੀ ਦੱਸਾਂ, ਮੈਂ ਇੱਕ ਗੈਸ ਵਰਕ ਦੇ ਨਾਲ ਹੀ ਆਨਸਰ ਇੱਥੇ ਫਾਈਂਡ ਕੀਤਾ ਸੀ।
ਕਹਿੰਦਾ ਵੀ ਆਲਦੋ ਕਹਿੰਦਾ ਭਾਵੇਂ ਕਿ ਦੀ ਸਿਸਟਮ ਵੁੱਡ ਕੰਜ਼ਿਊਮ એનર્ਜੀ, ਕਹਿੰਦਾ ਭਾਵੇਂ ਕਿ ਸਿਸਟਮ એનર્ਜੀ ਕੰਜ਼ਿਊਮ ਕਰਦਾ, ਕਹਿੰਦਾ ਇਟ ਵੁੱਡ ਰਿਟਰਨ એનર્ਜੀ ਟੂ ਗ੍ਰਿਡ ਬਾਈ ਮਿਥੇਨ, ਕਹਿੰਦਾ એનર્ਜੀ ਇਹ ਕਿਹਦੀ ਫਾਰਮ ਦੇ ਵਿੱਚ ਫਿਰ ਉਹ ਕਰਦਾਗਾ, ਰਿਟਰਨ ਕਰਦਾਗਾ ਬਾਈ ਮਿਥੇਨ ਜਨਰੇਸ਼ਨ, ਮਿਥੇਨ ਜਨਰੇਸ਼ਨ ਦੀ ਫਾਰਮ ਦੇ ਵਿੱਚ ਕਹਿੰਦਾ એનર્ਜੀ ਇਹ ਮਤਲਬ ਕੀ ਕਹਿ ਸਕਦੇ ਹਾਂ ਰਿਟਰਨ ਕਰਦਾਗਾ ਕਿ ਉਹ ਕਿਤੋਂ ਬਣਦੀ ਆ ਫਰੋਮ ਕੰਪੋਸਟਿੰਗ ਨੋਨ ਐਡੀਬਲ ਪਾਰਟ ਆਫ ਪਲਾਂਟਸ, ਜਾਣੀ ਕਿ ਪਲਾਂਟਸ ਦੀ ਗੱਲ ਤਾਂ ਉਹਨਾਂ ਨੇ ਕਰਤੀ ਹੈ ਨਾ ਵੀ ਪਲਾਂਟਸ ਤੋਂ ਜਿਹੜੀ ਕਿ ਮਿਥੇਨ ਜਨਰੇਟ ਹੁੰਦੀ ਆ, ਫਿਰ ਉਹਦੇ ਵਿੱਚ એનર્ਜੀ ਦਾ ਇਹਨਾਂ ਨੇ ਥੋੜ੍ਹਾ ਜਿਹਾ ਲਿੰਕ ਦਿੱਤਾ ਹੋਇਆ ਨਾ, ਤਾਂ એનર્ਜੀ ਜਿਹੜਾ ਸਿਸਟਮ ਆ ਉਹ ਕੰਜ਼ਿਊਮ ਕਰਦਾ, ਤਾਂ ਆਪਾਂ ਥੋੜ੍ਹਾ ਜਿਹਾ ਸਿਸਟਮ ਨੂੰ ਵੀ ਸਮਝਣਾ ਪਊਗਾ, ਪਰ ਫਿਰ ਵੀ ਇੱਥੇ ਦੁੱਖ ਤੁਸੀਂ ਦੀ ਸਿਸਟਮ ਵੁੱਡ ਗ੍ਰੇਟਲੀ ਰਿਡਿਊਸ ਦਾ ਇੰਸੀਡੈਂਸ ਆਫ ਮੈਨੀ ਇਨਫੈਕਟੀਅਸ ਡਿਸੀਜ਼ਸ ਦੈਟ ਆਰ ਰਿਕੁਆਇਰਡ ਐਟ ਦਾ ਆਰਟੀਫਿਸ਼ੀਕਲਚਰ ਇੰਟਰਫੇਸ, ਮਤਲਬ ਕਿ ਉਹ ਕਹਿੰਦਾ ਵੀ ਜਿਹੜਾ ਸਿਸਟਮ ਹੈਗਾ ਉਹ ਮਤਲਬ ਕਿ ਰਿਸਕ ਆ ਜਿਹੜਾ ਘਟਾ ਦਿੰਦਾ ਗਾ ਜਿਹੜੀਆਂ ਇਨਫੈਕਟ ਕਰਨ ਵਾਲੀਆਂ ਬਿਮਾਰੀਆਂ ਹੁੰਦੀਆਂ ਨੇ, ਠੀਕ ਹੈ। ਕਹਿੰਦਾ ਪਰ ਸਿਸਟਮ ਆ ਉਹ એનર્ਜੀ ਨੂੰ ਕੰਜ਼ਿਊਮ ਕਰੂਗਾ ਹੈ ਨਾ, ਵੀ એનર્ਜੀ ਲਊਗਾ, ਕਹਿੰਦਾ ਇਟ ਵੁੱਡ ਰਿਟਰਨ એનર્ਜੀ ਟੂ ਦਾ ਗ੍ਰਿਡ, ਕਹਿੰਦਾ ਵੀ ਆਹ ਜਿਹੜਾ એનર્ਜੀ ਆ ਉਹ ਤੇ ਮਤਲਬ ਕਿ ਧਿਆਨ ਦੇਣਾ ਸਮਝਣ ਦੀ ਕੋਸ਼ਿਸ਼ ਕਰੋ ਵੀ ਜਿਹੜੀ એનર્ਜੀ ਆ ਉਹ ਸਿਸਟਮ ਰਿਟਰਨ ਕਰੂਗਾ ਗ੍ਰਿਡ ਨੂੰ ਬਾਈ ਮਿਥੇਨ ਜਨਰੇਸ਼ਨ, ਕਿਵੇਂ ਰਿਟਰਨ ਕਰੂਗਾ, ਮਿਥੇਨ ਜਨਰੇਟ ਕਰਕੇ ਰਿਟਰਨ ਕਰੂਗਾ ਫਰੋਮ ਕੰਪੋਸਟਿੰਗ ਨੋਨ ਐਡੀਬਲ ਪਾਰਟ ਆਫ ਪਲਾਂਟਸ। ਲਓ ਜੀ ਹੁਣ ਗੱਲ ਮੈਨੂੰ ਸਮਝ ਆਈ ਹੈ, ਪਹਿਲਾਂ ਮੈਨੂੰ ਵੀ ਨਹੀਂ ਸਮਝ ਆਈ ਸੀ, ਠੀਕ ਹੈ। ਜਦੋਂ ਆਪਾਂ ਧਿਆਨ ਦੇ ਨਾਲ ਪੜ੍ਹਦੇ ਹਾਂ ਫਿਰ ਗੱਲ ਵਧੀਆ ਤਰੀਕੇ ਨਾਲ ਸਮਝ ਆ ਜਾਂਦੀ ਹੁੰਦੀ ਆ। ਤਾਂ ਇੱਕ ਸਿਸਟਮ ਆ, ਸਿਸਟਮ ਇਹ ਕਰ ਰਿਹਾ ਵੀ ਉਹ ਨੋਨ ਇਨਫੈਕਟ ਮਤਲਬ ਕਿ ਜਿਹੜੀਆਂ ਇਨਫੈਕਟ ਕਰਨ ਵਾਲੀਆਂ ਡਿਸੀਜ਼ ਨੇ ਜਿਹੜੀਆਂ ਫਸਲਾਂ ਨੂੰ ਲੱਗ ਸਕਦੀਆਂ ਨੇ ਉਹਨਾਂ ਨੂੰ ਉਹ ਰੋਕਦਾ ਗਾ, ਪਰ ਉਹ ਕਹਿੰਦੇ ਵੀ ਸਿਸਟਮ એનર્ਜੀ ਲਊਗਾ ਪਰ ਕਹਿੰਦਾ એનર્ਜੀ ਉਹ ਜਿਹੜਾ ਕਿ ਗ੍ਰਿਡ ਨੂੰ ਰਿਟਰਨ ਵੀ ਕਰੂਗਾ ਕਿਸ ਫਾਰਮ ਦੇ ਵਿੱਚ, ਮਿਥੇਨ ਜਨਰੇਟ ਕਰਕੇ ਹੈ ਨਾ, ਮਿਥੇਨ ਜਨਰੇਟ ਕਰੂਗਾ ਉਹ ਜੋ ਵੀ ਲਿਖਿਆ ਇਹਨਾਂ ਨੇ ਪਾਰਟਸ ਆਫ ਪਲਾਂਟਸ ਤੋਂ ਜੋ ਮਿਥੇਨ ਜਨਰੇਟ ਕਰੂਗਾ ਉਹਦੇ ਫਾਰਮ ਦੇ ਵਿੱਚ ਕਹਿੰਦਾ એનર્ਜੀ ਫਿਰ ਗ੍ਰਿਡ ਨੂੰ ਉਹ ਕਨਵਰਟ ਕਰੂਗਾ। ਤਾਂ ਆਪਾਂ ਕੀ ਕਹਿ ਸਕਦੇ ਹਾਂ ਵੀ એનર્ਜੀ ਮਿਥੇਨ ਤੋਂ ਬਾਅਦ ਮਿਥੇਨ ਜਨਰੇਟ ਕਰਨ ਤੋਂ ਬਾਅਦ ਪਾਰਟਸ ਤੋਂ ਬਣਾ ਕੇ ਉਹ ਕੀ ਕਨਵਰਟ ਕਰੂਗਾ, ਗ੍ਰਿਡ ਨੂੰ ਕੀ ਰਿਟਰਨ ਕਰੂਗਾ, ਤਾਂ ਉਹ એનર્ਜੀ ਕਹਿ ਸਕਦੇ ਆ ਰਿਟਰਨ ਕਰੂਗਾ ਹੈ ਨਾ। ਤਾਂ ਇੱਥੇ ਪ੍ਰੋਡਿਊਸ ਕੀ ਹੋ ਰਹੀ ਹੈਗੀ ਮਿਥੇਨ ਤੋਂ, ਤਾਂ ਇੱਥੇ ਬਹੁਤ ਹੀ ਉਲਝਾ ਕੇ ਜੇ ਲਿਖਿਆ ਹੋਇਆ ਸੀ, ਪਰ ਫਿਰ ਵੀ ਜਿੰਨਾ ਕਿ ਮੈਨੂੰ ਸਮਝ ਆਇਆ ਮੈਂ ਉਸ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਬਿਲਕੁਲ ਮੈਂ ਸਹੀ ਸਮਝਿਆ ਸੀ ਵੀ ਹਾਂ ਇਸ ਤਰੀਕੇ ਦੇ ਨਾਲ ਹੀ ਆਨਸਰ ਆਇਆ। ਦੀ ਕੰਜੰਪਸ਼ਨ ਆਫ vertical form could use methane from plants and animals to produce energy, ਠੀਕ ਹੈ। ਤਾਂ ਇਹਦਾ ਆਨਸਰ ਤੁਹਾਡਾ એનર્ਜੀ ਆ ਗਿਆ। ਚੌਥਾ ਆਪਾਂ ਨੂੰ ਕੀ ਕਹਿ ਰਿਹਾ ਦੀ ਕੰਜੰਪਸ਼ਨ ਆਫ, ਲਓ ਜੀ ਕੋਈ ਕਿਸੇ ਚੀਜ਼ ਦੀ ਕੰਜੰਪਸ਼ਨ ਹੋ ਰਹੀ ਆ, ਕਹਿੰਦਾ ਦੀ ਕੰਜੰਪਸ਼ਨ ਆਫ ਡੈਸ਼ ਵੁੱਡ ਵੀ ਘੱਟ, ਉਹ ਘੱਟ ਹੋ ਜੂਗੀ ਬਿਕੋਜ਼ ਐਗਰੀਕਲਚਰ ਵਹੀਕਲ ਵੁੱਡ ਵੀ ਅਨਨੈਸੈਸਰੀ, ਕਹਿੰਦਾ ਜਿਹੜੇ ਐਗਰੀਕਲਚਰ ਵਿੱਚ ਵਹੀਕਲ ਹੁੰਦੇ ਨੇ ਉਹਨਾਂ ਦੀ ਲੋਡ ਖਤਮ ਹੋ ਜਾਊਗੀ, ਠੀਕ ਹੈ। ਤਾਂ ਐਗਰੀਕਲਚਰ ਦੇ ਵਿੱਚ ਜਿਹੜੇ ਵਹੀਕਲ ਹੁੰਦੇ ਨੇ ਤੁਹਾਨੂੰ ਪਤਾ ਵੀ ਕਿਹੜੇ ਵਹੀਕਲ ਯੂਜ਼ ਹੁੰਦੇ ਨੇ ਨਾ ਖੇਤੀਬਾੜੀ ਵਿੱਚ, ਵੀ ਜਿੱਥੇ ਉਹਨਾਂ ਦੀ ਗੱਲ ਕੀਤੀ ਹੋਵੇ ਤਾਂ ਉੱਥੇ ਆਪਾਂ ਪੜ੍ਹਨਾ ਸ਼ੁਰੂ ਕਰ ਦਾਂਗੇ। ਤਾਂ ਹੁਣ ਆਪਾਂ ਮਿਥੇਨ ਦੇ ਥੱਲੇ ਹੀ ਪੜ੍ਹਨਾ ਸ਼ੁਰੂ ਕਰਾਂਗੇ, એનર્ਜੀ ਦੇ ਥੱਲੇ ਹੈ ਨਾ, ਤਾਂ ਇੱਥੋਂ ਪੜ੍ਹਨਾ ਸ਼ੁਰੂ ਕਰ ਦਿਓ। ਤਾਂ ਇੱਥੋਂ ਧਿਆਨ ਨਾਲ ਦੇਖੋ, ਕਹਿੰਦਾ ਇਟ ਵੁੱਡ ਆਲਸੋ ਡਰਾਮੈਟਿਕਲੀ ਰਿਡਿਊਸ ਫੋਸਿਲ ਫਿਊਲ ਯੂਜ਼, ਕਹਿੰਦਾ ਇਹ ਫੋਸਿਲ ਫਿਊਲ ਦਾ ਯੂਜ਼ ਰਿਡਿਊਸ ਕਰ ਦੇਣਗੇ ਬਾਈ ਕਟਿੰਗ ਆਊਟ ਦਾ ਨੀਡ ਆਫ ਟਰੈਕਟਰਸ ਬਲਫਸ ਐਂਡ ਸ਼ਿਪਿੰਗ, ਯਾਨੀ ਕਿ ਟਰੈਕਟਰ ਇੱਕ ਐਗਰੀਕਲਚਰ ਵਹੀਕਲ ਆ ਹੈ ਨਾ, ਕਟਿੰਗ ਆਊਟ ਦਾ ਨੀਡ ਯਾਨੀ ਕਿ ਉਹਦੀ ਲੋਡ ਨੂੰ ਖਤਮ ਕਰ ਦੂਗਾ। ਅਤੇ ਜਦੋਂ ਲੋਡ ਖਤਮ ਹੋ ਗਈ ਤਾਂ ਇੱਕ ਚੀਜ਼ ਹੋਰ ਕਹਿੰਦਾ ਵੀ ਰਿਡਿਊਸ ਹੋਊਗੀ, ਉਹ ਕੀ ਰਿਡਿਊਸ ਹੋਊਗਾ, ਫੋਸਿਲ ਫਿਊਲ ਜਿਹੜੇ ਕਿ ਤੇਲ ਤੂਲ ਪੈਂਦਾ ਹੁੰਦਾ ਉਹਨਾਂ ਦੇ ਵਿੱਚ ਵੀ ਉਹਦਾ ਯੂਜ਼ ਰਿਡਿਊਸ ਹੋ ਜਾਊਗਾ। ਲਓ ਜੀ ਤਾਂ ਗੱਲ ਆਪਣੀ ਕਲੀਅਰ ਹੋ ਚੁੱਕੀ ਆ ਵੀ ਫੋਸਿਲ ਫਿਊਲ ਦੀ ਵਿੱਚ ਮਤਲਬ ਕਿ ਚੌਥਾ ਸੀ ਦੀ ਕੰਜੰਪਸ਼ਨ ਆਫ ਫੋਸਿਲ ਫਿਊਲ ਵੁੱਡ ਵੀ ਘੱਟ, ਫੋਸਿਲ ਫਿਊਲ ਦੀ ਕੰਜੰਪਸ਼ਨ ਘੱਟ ਹੋ ਜੂ ਕਿਉਂਕਿ ਜਿਹੜੇ ਟਰੈਕਟਰ ਨੇ ਉਹਨਾਂ ਦੀ ਨੀਡ ਨੂੰ ਖਤਮ ਕਰ ਦਿੱਤਾ ਜਾਊਗਾ, ਠੀਕ ਹੈ। ਤਾਂ ਇਹਦੇ ਕਰਕੇ ਆਪਣੇ ਚੌਥੇ ਦਾ ਆਨਸਰ ਆ ਜਾਊਗਾ ਫੋਸਿਲ ਫਿਊਲਸ। ਅਤੇ ਉਸ ਤੋਂ ਬਾਅਦ ਪੰਜਵਾਂ ਕੀ ਆ, ਕਹਿੰਦਾ ਪੰਜਵਾਂ ਦੀ ਫੈਕਟ ਦੈਟ ਵਰਟੀਕਲ ਫਾਰਮਸ ਵੁੱਡ ਨੀਡ ਡੈਸ਼ ਲਾਈਟ ਇਜ਼ ਅ ਡਿਸਐਡਵਾਂਟੇਜ, ਕਹਿੰਦਾ ਵਰਟੀਕਲ ਫਾਰਮ ਨੂੰ ਇੱਕ ਡੈਸ਼ ਤਰੀਕੇ ਦੀ ਲਾਈਟ ਚਾਹੀਦੀ ਹੁੰਦੀ ਆ, ਕਹਿੰਦਾ ਉਹੀ ਇਹਦੀ ਡਿਸਐਡਵਾਂਟੇਜ ਆ। ਤਾਂ ਲਾਈਟ ਇਜ਼ ਆਵਰ ਮੇਨ ਕੀਵਰਡ, ਤਾਂ ਪੜ੍ਹਨਾ ਸ਼ੁਰੂ ਕਰੋ। ਲਓ ਜੀ ਈ ਦੇ ਵਿੱਚ ਹੀ ਪੜ੍ਹਨਾ, ਈ ਤੋਂ ਹੀ ਪੜ੍ਹਨਾ ਸ਼ੁਰੂ ਕਰਨਾ ਵੈਸੇ ਤਾਂ ਆਪਾਂ, ਕਿਉਂਕਿ ਆਹ ਆਪਣਾ ਹੋ ਚੁੱਕਿਆ। ਕਹਿੰਦਾ ਪਹਿਲਾਂ ਹੀ ਡਰਾਬੈਕ ਦੀ ਗੱਲ ਕਰਤੀ, ਕਹਿੰਦਾ ਵਰਟੀਕਲ ਫਾਰਮਿੰਗ ਹਾਊਐਵਰ ਇਜ਼ ਦੈਟ ਪਲਾਂਟਸ ਵੁੱਡ ਰਿਕੁਆਇਰ ਆਰਟੀਫਿਸ਼ੀਅਲ ਲਾਈਟ, ਬਿਲਕੁਲ ਵੀ ਜ਼ਿਆਦਾ ਮੱਥਾ ਮਾਰਨ ਦੀ ਜ਼ਰੂਰਤ ਨਹੀਂ ਪਈ। ਆਰਟੀਫਿਸ਼ੀਅਲ ਲਾਈਟ ਦਾ ਮਤਲਬ ਕੀ ਆ ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਲਾਈਟ ਦੇਣੀ ਪਊਗੀ, ਵੀ ਸੂਰਜ ਦੀ ਰੋਸ਼ਨੀ ਤਾਂ ਚਲੋ ਬਾਅਦ ਦੀ ਗੱਲ ਆ, ਵੀ ਉਹਨਾਂ ਨੂੰ ਹੋਰ ਤਰੀਕੇ ਨਾਲ ਵੀ ਲਾਈਟ ਆਪਾਂ ਨੂੰ ਪ੍ਰੋਵਾਈਡ ਕਰਵਾਉਣੀ ਪਊਗੀ, ਠੀਕ ਹੈ। ਤਾਂ ਇਹਦੇ ਕਰਕੇ ਆਪਣਾ ਪੰਜਵੇਂ ਦਾ ਆਨਸਰ ਕੀ ਆ ਗਿਆ, ਆਰਟੀਫਿਸ਼ੀਅਲ ਲਾਈਟ ਉੱਥੇ ਲਿਖਿਆ ਹੋਇਆ ਸੀ। ਅਤੇ ਸੇਮਾ ਕੀ ਆ, ਕਹਿੰਦਾ ਵਨ ਫਾਰਮ ਆਫ ਵਰਟੀਕਲ ਫਾਰਮਿੰਗ ਇਨਵੋਲਵਸ ਪਲਾਂਟਿੰਗ ਇਨ ਡੈਸ਼ ਵਿਚ ਆਰ ਨਾਟ ਫਿਕਸਡ, ਕਹਿੰਦਾ ਵਰਟੀਕਲ ਫਾਰਮ ਦੀ ਇੱਕ ਫਾਰਮ ਦੇ ਵਿੱਚ, ਵਰਟੀਕਲ ਫਾਰਮਿੰਗ ਦੀ ਇੱਕ ਫਾਰਮ ਦੇ ਵਿੱਚ ਕਹਿੰਦਾ ਵੀ ਕਿਸੇ ਚੀਜ਼ ਦੇ ਵਿੱਚ ਕ੍ਰੋਪਸ ਨੂੰ ਪਲਾਂਟ ਕੀਤਾ ਜਾਂਦਾ, ਕ੍ਰੋਪਸ ਨੂੰ ਉਗਾਇਆ ਜਾਂਦਾ ਜਿਹੜੀਆਂ ਕਿ ਉਹ ਚੀਜ਼ਾਂ ਫਿਕਸ ਨਹੀਂ ਹੁੰਦੀਆਂ ਹੈ ਨਾ, ਵੀ ਹੋ ਸਕਦਾ ਮੂਵ ਕਰਦੀਆਂ ਹੋਣ। ਤਾਂ ਆਪਾਂ ਦੇਖ ਸਕਦੇ ਹਾਂ ਵੀ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਵਰਟੀਕਲ ਫਾਰਮਿੰਗ ਇਹ ਕੀਤੀ ਜਾਂਦੀ ਹੈ, ਜਿੱਥੇ ਦੀ ਉਹ ਮਤਲਬ ਕਿ ਫਿਕਸ ਨਹੀਂ ਹੁੰਦੀ ਉਹਨਾਂ ਦੀ ਲੋਕੇਸ਼ਨ ਹੈ ਨਾ। ਤਾਂ ਹੁਣ ਤੁਸੀਂ ਪੜ੍ਹਨਾ ਸ਼ੁਰੂ ਕਰੋ ਧਿਆਨ ਦੇ ਨਾਲ। ਕੋਈ ਚੀਜ਼ ਮੂਵ ਹੋ ਰਹੀ ਹੋਵੇ, ਇਹ ਆਪ ਪੈਸੇ ਦੇ ਵਿੱਚ ਪੜ੍ਹਨਾ ਸ਼ੁਰੂ ਕਰ ਦਿਓ। ਸਿੰਗਲ ਸਟੋਰੀ
ਇੱਥੇ ਲਾਈਟਿੰਗ ਦੀ ਗੱਲ ਕਰ ਰਹੇ ਨੇ, ਜਨਰੇਟਿੰਗ ਇਨਫ ਲਾਈਟ ਟੂ, ਜਾਣੀ ਕਿ ਇਸ ਪੈਸੇਜ ਦੇ ਵਿੱਚ ਓਨਲੀ ਐਂਡ ਓਨਲੀ ਲਾਈਟ ਦੀ ਗੱਲ ਹੋਈ ਆ, ਪਰ ਕਿਸੇ ਨਿਊ ਟਾਈਪ ਦੀ ਗੱਲ ਨਹੀਂ ਹੋਈ। ਤਾਂ ਇੱਥੋਂ ਪੜ੍ਹਨਾ ਸ਼ੁਰੂ ਕਰ ਦਿਓ। ਆਹ ਦੇਖੋ ਧਿਆਨ ਦੇ ਨਾਲ, ਕਹਿੰਦਾ ਵਨ ਵੇਰੀਏਸ਼ਨ, ਇੱਕ ਵੇਰੀਏਸ਼ਨ ਕਹਿੰਦਾ ਔਨ ਵਰਟੀਕਲ ਫਾਰਮਿੰਗ ਦੈਟ ਹੈਜ਼ ਬੀਨ ਡਿਵੈਲਪਡ ਇਜ਼ ਟੂ ਗਰੋ ਪਲਾਂਟਸ ਇਨ ਸਟੈਕਡ ਟਰੇਸ। ਕਹਿੰਦਾ ਸਟੈਕਡ ਟਰੇਸ ਦੇ ਵਿੱਚ ਜਿਹੜੇ ਪਲਾਂਟ ਗਰੋ ਕੀਤੇ ਜਾਂਦੇ ਨੇ, ਦੈਟ ਮੂਵ ਔਨ ਰੇਲਸ, ਰੇਲਸ ਦੇ ਵਿੱਚ ਜਿਹੜਾ ਕੀ ਕਹਿੰਦਾ ਮੂਵ ਕਰਦੇ ਆ। ਰੇਲਸ ਦਾ ਮਤਲਬ ਇੱਥੇ ਉਹ ਨਹੀਂ ਵੀ ਜਿਹੜੀਆਂ ਦੂਜੀਆਂ ਰੇਲਾਂ ਹੋ ਸਕਦੀਆਂ ਨੇ, ਹੋ ਸਕਦਾ ਵੀ ਉਹ ਰੇਲ ਵੀ ਹੋ ਸਕਦੀਆਂ ਨੇ ਨਾ, ਜਿਹੜੀ ਰੇਲਵੇ ਸਟੇਸ਼ਨ ਵਾਲੀਆਂ ਹੁੰਦੀਆਂ ਨੇ ਉਹ ਰੇਲ ਵੀ ਹੋ ਸਕਦੀਆਂ ਨੇ। ਕਹਿੰਦਾ ਮੂਵਿੰਗ ਦਾ ਟਰੇਜ਼ ਅਲਾਉ ਦਾ ਪਲਾਂਟ ਟੂ ਗੈਟ ਇਨਫ ਸਨਲਾਈਟ। ਕਹਿੰਦਾ ਜਦੋਂ ਟਰੇਜ਼ ਮੂਵ ਕਰਦੀਆਂ ਨੇ ਤਾਂ ਉਹਦੇ ਨਾਲ ਉਹਨਾਂ ਨੂੰ ਇਨਫ ਸਨਲਾਈਟ ਮਿਲ ਜਾਂਦੀ ਹੈ। ਦੀ ਸਿਸਟਮ ਆਲਰੇਡੀ ਇਨ ਆਪਰੇਸ਼ਨ ਐਂਡ ਵਰਕਸ ਵੈਲ ਵਿਦ ਇਨ ਅ ਸਿੰਗਲ ਸਟੋਰੀ ਗ੍ਰੀਨ ਹਾਊਸ। ਮਤਲਬ ਕਿ ਉਸ ਟੈਕਨੀਕ ਦਾ ਨਾਂ ਤਾਂ ਆਪਾਂ ਨੂੰ ਮਿਲ ਹੀ ਚੁੱਕਿਆ, ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੀਆਂ ਟ੍ਰੇਨਾਂ ਨੇ, ਹੈ ਨਾ, ਵੀ ਕਿਹੜੀਆਂ ਰੇਲਸ ਦੀ ਗੱਲ ਕਰ ਰਿਹਾ ਉਹ, ਵੀ ਰੇਲ ਜਿਹੜੀਆਂ ਆਪਣੀਆਂ ਟ੍ਰੇਨਾਂ ਵਾਲੀਆਂ ਰੇਲਾਂ ਨੇ ਜਾਂ ਫਿਰ ਹੋਰ ਕੋਈ ਵੀ ਰੇਲਸ ਹੋ ਸਕਦੀ ਹੈ ਨਾ, ਕੋਈ ਪਟੜੀਆਂ ਪੁਟੜੀਆਂ ਉੱਤੇ ਉਹ ਮੂਵ ਕਰਦੀਆਂ ਹੋਣਗੀਆਂ। ਤਾਂ ਆਪਾਂ ਨੂੰ ਉਸ ਚੀਜ਼ ਦਾ ਨਾਂ ਕੀ ਆ, ਸਟੈਕਡ ਟਰੇਜ਼। ਸਮਝ ਆ ਗਈ ਮੇਰੀ ਗੱਲ। ਕਹਿੰਦਾ ਵੀ ਇੱਕ ਵੇਰੀਏਸ਼ਨ ਵਰਟੀਕਲ ਫਾਰਮਿੰਗ ਦੀ ਇੱਦਾਂ ਦੀ ਆ ਜਿਹਦੇ ਵਿੱਚ ਜਿਹੜੇ ਪਲਾਂਟਸ ਨੇ ਗਰੋ ਕੀਤੇ ਜਾਂਦੇ ਨੇ, ਕਾਹਦੇ ਵਿੱਚ, ਇਨ ਦਾ ਮਤਲਬ ਕੀ ਹੈ ਵਿੱਚ, ਸਟੈਕਡ ਟਰੇਸ ਦੇ ਵਿੱਚ, ਠੀਕ ਹੈ, ਜਿਹੜੇ ਕਿ ਰੇਲਸ ਦੇ ਉੱਤੇ ਮੂਵ ਕਰਦੇ ਆ ਤੇ ਉਹਨਾਂ ਨੂੰ ਇਨਫ ਸਨਲਾਈਟ ਮਿਲ ਜਾਂਦੀ ਆ। ਤਾਂ ਸੇਮ ਇਹਦਾ ਆਨਸਰ ਆਪਣਾ ਕੀ ਆ ਜਾਊਗਾ, ਸਟੈਕਡ ਟਰੇਜ਼। ਉਸ ਤੋਂ ਬਾਅਦ 7ਵਾਂ ਕੀ ਆ, ਦੀ ਮੋਸਟ ਪ੍ਰੋਬੇਬਲ ਡਿਵੈਲਪਮੈਂਟ ਇਜ਼ ਦੈਟ ਫੂਡ ਵਿਲ ਬੀ ਗਰੋਨ ਔਨ ਡੈਸ਼ ਇਨ ਟਾਊਨਸ ਐਂਡ ਸਿਟੀਜ਼। ਕਹਿੰਦਾ ਇੱਥੇ ਫਿਊਚਰ ਦੀ ਗੱਲ ਹੋਈ ਆ, ਪ੍ਰੋਬੇਬਲ ਜਾਣੀ ਕਿ ਇਹ ਸੰਭਾਵਿਤ ਹੈਗਾ। ਕਹਿੰਦਾ ਵੀ ਫੂਡ ਕਿੱਥੇ ਗਰੋ ਕੀਤਾ ਜਾ ਸਕਦਾ, ਟਾਊਨਸ ਤੇ ਸਿਟੀਜ਼ ਦੀ ਕਿਸੇ ਚੀਜ਼ ਦੇ ਉੱਤੇ ਗਰੋ ਕੀਤਾ ਜਾ ਸਕਦਾ। ਤਾਂ ਉਹ ਆਪਾਂ ਨੂੰ ਦੇਖਣਾ ਪਊ ਵੀ ਜਿੱਥੇ ਇਹਨਾਂ ਨੇ ਸਿਟੀ ਸੂਟੀਜ਼ ਦੀ ਗੱਲ ਕੀਤੀ ਹੋਊ ਤਾਂ ਉਹ ਆਪਾਂ ਨੂੰ ਧਿਆਨ ਰੱਖਣਾ ਪਊਗਾ। ਤਾਂ ਹੁਣ ਤੁਸੀਂ ਇੱਥੋਂ ਹੀ ਪੜ੍ਹਨਾ ਸ਼ੁਰੂ ਕਰ ਦਿਓ। ਵਰਟੀਕਲ ਫਾਰਮਿੰਗ ਇਜ਼ ਐਨ ਅਟੈਂਪਟ ਟੂ ਐਡਰੈਸ ਦਾ ਅਨਡਾਊਟਡ ਪ੍ਰੋਬਲਮ ਦੈਟ ਵੀ ਫੇਸ ਇਨ ਫਿਊਚਰ ਦੀ ਗੱਲ ਕੀਤੀ ਹੋਈ ਆ ਉਹਨੇ। ਇੱਕ ਪ੍ਰੈਡਿਕਸ਼ਨ ਕੀਤੀ ਆ, ਪ੍ਰੋਡਿਊਸਿੰਗ ਨਾ ਫੂਡ ਫਾਰ ਗਰੋਇੰਗ ਪਾਵਰ ਐਟ ਦਾ ਮੂਮੈਂਟ ਥੋ ਮੋਰ ਨੀਡਸ ਟੂ ਬੀ ਡਨ ਟੂ ਰਿਡਿਊਸ ਦਾ ਇੰਪੈਕਟ। ਉਸ ਤੋਂ ਬਾਅਦ ਕੀ ਲਿਖਦਾ, ਇਟ ਵੁੱਡ ਹੈਵ ਔਨ ਦਾ ਇਨਵਾਇਰਮੈਂਟ ਪਰਟੀਕੂਲਰਲੀ ਐਜ਼ ਰਿਗਾਰਡਸ ਦਾ ਯੂਜ਼ ਆਫ ਐਨਰਜੀ ਵਾਈਲ ਇਟ ਇਜ਼ ਪੋਸੀਬਲ ਦ ਮਚ ਆਫ ਆਵਰ ਫੂਡ ਵਿਲ ਬੀ ਗਰੋਨ ਇਨ। ਲਓ ਜੀ, ਕਹਿੰਦਾ ਮਚ ਆਫ ਆਵਰ ਫੂਡ ਵਿਲ ਵੀ ਮਤਲਬ ਕਿ ਫਿਊਚਰ ਦੀ ਗੱਲ ਹੋਈ ਆ, ਗਰੋਨ ਇਨ ਸਕਾਈ ਸਕ੍ਰੇਪਰਸ ਇਨ ਦਾ ਫਿਊਚਰ। ਕਹਿੰਦਾ ਸਕਾਈ ਸਕ੍ਰੇਪਰਸ ਦੇ ਵਿੱਚ ਜਿਹੜਾ ਫੂਡ ਗਰੋ ਕੀਤਾ ਜਾ ਸਕਦਾ। ਹੁਣ ਮੈਨੂੰ ਇਹ ਨਹੀਂ ਪਤਾ ਵੀ ਸਕਾਈ ਸਕ੍ਰੇਪਰਸ ਕੀ ਹੁੰਦੇ ਨੇ, ਤਾਂ ਅੱਗੇ ਪੜ੍ਹਦੇ ਹਾਂ। ਕਹਿੰਦਾ ਮੋਸਟ ਐਕਸਪਰਟਸ ਕਰੰਟਲੀ ਬਲੀਵ, ਕਹਿੰਦਾ ਇਟ ਇਜ਼ ਫਾਰ ਫਰੋਮ ਲਾਈਕਲੀ। ਜਿਹੜਾ ਕਹਿੰਦਾ ਵੀ ਜ਼ਿਆਦਾਤਰ ਐਕਸਪਰਟ ਨੇ ਉਹ ਇਹ ਬਲੀਵ ਕਰਦੇ ਨੇ ਵੀ ਆਪਾਂ ਆਹ ਚੀਜ਼ ਤੋਂ ਬਹੁਤ ਦੂਰ ਆ। ਇਟ ਇਜ਼ ਫਾਰ ਮੋਰ, ਕਹਿੰਦਾ ਇਹ ਤੋਂ ਆਪਾਂ ਬਹੁਤ ਦੂਰ ਆ ਵੀ ਸਕਾਈ ਸਕ੍ਰੇਪਰ ਵਾਲੀ ਚੀਜ਼ ਤੋਂ। ਕਹਿੰਦਾ ਦੈਟ ਵੀ ਵਿਲ ਸਿੰਪਲੀ ਯੂਜ਼, ਇੱਥੇ ਵੀ ਗੱਲ ਫਿਊਚਰ ਦੀ ਹੀ ਹੋਈ ਆ ਵੀ ਕਹਿੰਦਾ ਸਿੰਪਲੀ ਆਪਾਂ ਕੀ ਕਰ ਸਕਦੇ ਹਾਂ, ਯੂਜ਼ ਦਾ ਸਪੇਸ ਅਵੇਲੇਬਲ ਔਨ ਅਰਬਨ ਰੂਫ ਟਾਪਸ। ਲਓ ਜੀ, ਕਹਿੰਦਾ ਅਰਬਨ ਦੀਆਂ ਰੂਫ ਟਾਪਸ ਕੀ ਹੁੰਦੀਆਂ ਨੇ, ਛੱਤਾਂ ਹੁੰਦੀਆਂ ਨੇ ਜਿਹੜੀਆਂ ਤੁਹਾਡੇ ਸ਼ਹਿਰਾਂ ਦੇ ਵਿੱਚ, ਮਤਲਬ ਕਿ ਤੁਹਾਡੇ ਘਰ ਦੀ ਛੱਤ ਹੁੰਦੀ ਆ ਉਹਨੂੰ ਰੂਫ ਟਾਪਸ ਕਹਿੰਦੇ ਹੁੰਦੇ ਹਨ। ਤਾਂ ਕਹਿੰਦਾ ਵੀ ਆਪਾਂ ਸਿੰਪਲੀ ਕੀ ਕਰ ਸਕਦੇ ਹਾਂ ਵੀ ਆਪਾਂ ਜਿਹੜੀ ਕਿ ਸਪੇਸ ਅਵੇਲੇਬਲ ਹੈਗੀ ਆਪਣੇ ਕੋਲੇ ਅਰਬਨ ਰੂਫ ਟਾਪਸ ਦੇ ਉੱਤੇ, ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ ਕਾਹਦੇ ਲਈ, ਫੂਡ ਗਰੋ ਕਰਨ ਦੇ ਲਈ। ਤਾਂ ਕਿਉਂਕਿ ਜਿਹੜਾ ਪਹਿਲਾਂ ਉਹਨਾਂ ਨੇ ਸਕਾਈ ਸਕ੍ਰੇਪਰ ਵੀ ਕਿਹਾ ਸੀ, ਪਰ ਉੱਥੋਂ ਜਿਹੜੇ ਐਕਸਪਰਟ ਨੇ ਉਹ ਬਲੀਵ ਕੀ ਕਰਦੇ ਨੇ ਵੀ ਆਪਾਂ ਅਰਬਨ ਰੂਫ ਟਾਪ ਨੂੰ ਯੂਜ਼ ਕਰ ਸਕਦੇ ਹਾਂ। ਜਾਂ ਤਾਂ ਇੱਥੇ ਤੁਸੀਂ ਓਨਲੀ ਅਰਬਨ ਰੂਫ ਟਾਪਸ, ਜਾਂ ਤਾਂ ਫਿਰ ਅਰਬਨ ਰੂਫ ਟਾਪਸ ਲਿਖ ਸਕਦੇ ਹੋ, ਜਾਂ ਫਿਰ ਓਨਲੀ ਤੁਹਾਡਾ ਆਨਸਰ ਰੂਫ ਟਾਪਸ ਵੀ ਆ ਜਾਊਗਾ। ਠੀਕ ਹੈ, ਤਾਂ ਲਾਸਟ ਵਾਲੇ ਦਾ ਆਨਸਰ ਆਪਣਾ 7 ਦਾ ਆ ਜਾਊਗਾ ਅਰਬਨ ਰੂਫ ਟਾਪਸ। ਠੀਕ ਹੈ, ਤਾਂ ਇਸ ਤਰੀਕੇ ਨਾਲ ਸਿੰਪਲ ਜਿਹੇ ਵੇ ਨਾਲ ਆਪਾਂ ਬਲੈਂਕਸਾਂ ਨੂੰ ਸੋਲਵ ਕਰ ਸਕਦੇ ਹਾਂ। ਬਿਲਕੁਲ ਵੀ ਡਿਫੀਕਲਟ ਨਹੀਂ ਹੁੰਦੀਆਂ, ਟਾਈਮ ਸੇਵਿੰਗ ਹੁੰਦੀਆਂ ਨੇ, ਟੈਕਨੀਕ ਆਉਣੀ ਚਾਹੀਦੀ ਆ, ਮੇਨ ਕੀਵਰਡ ਲੱਭਣ ਦਾ ਜਿਹੜਾ ਤੁਹਾਨੂੰ ਢੰਗ ਪਤਾ ਹੋਣਾ ਚਾਹੀਦਾ, ਤਾਂ ਈਜ਼ੀਲੀ ਤੁਸੀਂ ਵਧੀਆ ਬੈਂਡ ਸਕੋਰ ਕਰ ਸਕਦੇ ਹੋ। ਥੈਂਕ ਯੂ ਸੋ ਮਚ ਅੱਜ ਦੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ।